ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਡਣ ਵਾਲੇ ਨੂੰ ਲੱਭਦਾ ਹੈ। ਹਾਲੇਲੂਇਆ। ਹਰ ਇੱਕ ਮੰਗਣ ਵਾਲਾ। ਉਹਨਾਂ ਨੇ ਮੇਰੇ ਵਾਸਤੇ ਨਹੀਂ ਕਿਹਾ, ਉਹਨਾਂ ਨੇ ਸਾਡੇ ਇਕੱਲੇ ਵਾਸਤੇ ਨਹੀਂ ਕਿਹਾ, ਹਰ ਇੱਕ ਮਨੁੱਖ ਜੋ ਪੂਰੀ ਦੁਨੀਆ ਦੇ ਉੱਤੇ ਆ ਮੰਗਣ ਵਾਲਾ ਪਾ ਲੈਂਦਾ ਹੈ। ਲੇਕਿਨ ਆਪਾਂ ਮੰਗਦੇ ਹੀ ਨਹੀਂ। ਫਿਰ ਆਪਾਂ ਕਹਿ ਦਿੰਦੇ ਪਰਮੇਸ਼ਰ ਤੂੰ ਸਾਨੂੰ ਦਿੱਤਾ ਹੀ ਕੀ ਹੈ, ਅਸੀਂ ਇੰਨੇ ਤੇਰੇ ਫਾਸਟ ਰੱਖੇ ਆ, ਇੰਨਾ ਕੁਛ ਕੀਤਾ ਵਾ, ਅਸੀਂ ਇੰਨੀ ਮਹਿਮਾ ਕੀਤੀ ਤੇਰੀ, ਅਸੀਂ ਡੇਲੀ ਚਰਚ ਐਤਵਾਰ ਜਾਂਦੇ ਵੀ ਰਹੇ ਆ, ਡੇਲੀ ਆਪਾਂ ਪੂਰੇ ਚਰਚ ਕੀਤਾ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਸੀ ਅਸੀਂ ਉੱਦਾਂ ਹੀ ਕੀਤਾ। ਲੇਕਿਨ ਉਹਦੇ ਦੇਣ ਵਿੱਚ ਕਮੀ ਨਹੀਂ ਹੁੰਦੀ, ਸਾਡੇ ਲੈਣ ਵਿੱਚ, ਸਾਡੇ ਮੰਗਣ ਦੇ ਵਿੱਚ ਕਮੀ ਹੋ ਜਾਂਦੀ ਹੈ। ਇੱਕ ਆਪਾਂ ਜਦੋਂ ਮੰਗਦੇ ਆ ਆਪਣੇ ਮਨ ਦੇ ਵਿੱਚ ਕਦੀ ਵੀ ਸ਼ੱਕ ਰੱਖ ਕੇ ਨਾ ਮੰਗੋ ਕਿ ਪਤਾ ਨਹੀਂ ਮੈਂ ਮੰਗ ਤੇ ਲਿਆ ਪਰਮੇਸ਼ਰ ਕੋ, ਪਤਾ ਨਹੀਂ ਮੇਰੇ ਲਈ ਹੁੰਦਾ ਕਿ ਨਹੀਂ ਹੁੰਦਾ। ਲੇਕਿਨ ਪਰਮੇਸ਼ਰ ਕਹਿੰਦਾ ਤੁਸੀਂ ਪੱਕਾ ਵਿਸ਼ਵਾਸ, ਰਾਈ ਦੇ ਦਾਣੇ ਜਿੰਨਾ ਵੀ ਤੁਹਾਡਾ ਵਿਸ਼ਵਾਸ ਹੋਏਗਾ ਨਾ ਤਾਂ ਪਰਮੇਸ਼ਰ ਤੁਹਾਡੀ ਜ਼ਿੰਦਗੀ 'ਚ ਕੰਮ ਕਰੇਗਾ। ਜੇ ਆਪਾਂ ਚੰਗਾ ਸੋਚਾਂਗੇ ਤੇ ਚੰਗਾ ਹੀ ਸਾਡੀ ਜ਼ਿੰਦਗੀ 'ਚ ਫਲ ਆਏਗਾ, ਅਗਰ ਮਾੜਾ ਸੋਚਾਂਗੇ ਤੇ ਕਿਹੜਾ ਆਏਗਾ? ਮਾੜਾ। ਹਾਲੇਲੂਇਆ। ਹਾਲੇਲੂਇਆ। ਹਾਂਜੀ। ਜਾਂ ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਕਿ ਜੇ ਉਸ ਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਉਹਨੂੰ ਪੱਥਰ ਦੇਵੇ? ਹਾਲੇਲੂਇਆ। ਕਹਿੰਦੇ ਸਾਡੇ ਵਿੱਚੋਂ ਕਿਹੜਾ ਮਨੁੱਖ ਆ ਜਰ ਕੋ ਉਹਦਾ ਪੁੱਤਰ ਰੋਟੀ ਮੰਗੇ ਤਾਂ ਤੁਸੀਂ ਉਹਨੂੰ ਪੱਥਰ ਦੋਗੇ? ਕਦੀ ਵੀ ਨਹੀਂ। ਅਸੀਂ ਤਾਂ ਕਰਨੇ ਵਧੀਆ ਚੀਜ਼ਾਂ ਦੇਈਏ ਆਪਣੇ ਬੱਚਿਆਂ ਨੂੰ, ਬਿਨਾਂ ਮੰਗਿਓ ਵੀ ਆਪਾਂ ਉਹਨਾਂ ਨੂੰ ਦੇਣੀ ਕਿ ਮੇਰੇ ਬੱਚੇ ਨੂੰ ਆਹ ਚੀਜ਼ ਦੀ ਲੋੜ ਹੈ ਤੇ ਮੈਂ ਆਪਣੇ ਬੱਚੇ ਨੂੰ ਆਹ ਚੀਜ਼ ਲੈ ਕੇ ਦੇਣੀ। ਮੇਰੀ ਛੋਟੀ ਬੇਟੀ ਆ, ਜੇ ਇਹਦੇ ਸਕੂਲ ਦੇ ਬੂਟ ਟੁੱਟ ਜਾਣਗੇ, ਟੁੱਟੇ ਹੋਣਗੇ, ਤੇ ਆਪਾਂ ਦੇਖਾਂਗੇ ਕਿ ਨਹੀਂ ਮੇਰੇ ਬੱਚੇ ਦੇ ਬੂਟ ਟੁੱਟੇ, ਉਹ ਟੁੱਟੇ ਪਾਈ ਜਾਏਗੀ। ਪਰ ਮੈਂ ਸੋਚਾਂਗੀ ਨਹੀਂ, ਮੈਂ ਆਪਣੇ ਹਸਬੈਂਡ ਨੂੰ ਬੋਲਾਂਗੀ ਕਿ ਦੇਖੋ ਛੋਟੀ ਬੇਟੀ ਦੇ ਬੂਟ ਟੁੱਟੇ ਹੋਏ ਆ, ਆਪਾਂ ਉਹਨਾਂ ਨੂੰ ਲੈ ਕੇ ਦੇਣੇ ਆ। ਇਸ ਤਰ੍ਹਾਂ ਹੀ ਸਾਡਾ ਪਰਮੇਸ਼ਵਰ ਆ, ਉਹਨਾਂ ਨੂੰ ਨਹੀਂ ਪਤਾ ਉਹ ਏਡਾ ਵੱਡਾ ਪਰਮੇਸ਼ਵਰ ਆ ਕਿ ਮੇਰੇ ਬੱਚਿਆਂ ਨੂੰ ਕਿਸ ਚੀਜ਼ ਦੀ ਜ਼ਰੂਰਤ ਆ, ਮੇਰੇ ਬੱਚਿਆਂ ਨੂੰ ਕਿਸ ਚੀਜ਼ ਦੀ ਜ਼ਰੂਰਤ ਆ, ਉਹ ਸਭ ਕੁਝ ਦੇਣ ਦੀ ਸਾਮਰਥ ਰੱਖਦਾ। ਹਾਲੇਲੂਇਆ। ਹਾਲੇਲੂਇਆ। ਹਾਂਜੀ। ਅਤੇ ਜੇ ਮੱਛੀ ਮੰਗੇ ਤਾਂ ਉਹਨੂੰ ਸੱਪ ਦੇਵੇ। ਸੋ ਜੇ ਤੁਸੀਂ ਬੁਰੇ ਹੋ ਕੇ ਆਪਣੀਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਚਾਹੁੰਦੇ ਹੋ ਤਾਂ ਕਿੰਨਾ ਵਧੇਰੇ ਤੁਹਾਡਾ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤਾਂ ਦੇਵੇਗਾ। ਹਾਲੇਲੂਇਆ। ਹਾਲੇਲੂਇਆ। ਕਹਿੰਦਾ ਜੇ ਤੁਸੀਂ ਇੰਨੇ ਬੁਰੇ ਹੋ ਕੇ ਤੇ ਆਪਣੇ ਬੱਚਿਆਂ ਨੂੰ ਚੰਗੀਆਂ ਦਾਤਾਂ ਦੇਣਾ ਜਾਣਦੇ ਹੋ ਤੇ ਮੈਂ ਤੇ ਇੱਕ ਸਵਰਗੀ ਪਿਤਾ ਵਾਂ ਜਿਹਨੇ ਆਕਾਸ਼, ਧਰਤੀ, ਪੰਛੀ, ਜਾਨਵਰ ਹਰ ਇੱਕ ਚੀਜ਼ ਬਣਾਈ, ਤੇ ਕੀ ਉਹ ਨਹੀਂ ਜਾਣਦਾ ਕਿ ਮੇਰੇ ਬੱਚਿਆਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ? ਹਾਲੇਲੂਇਆ। ਲੇਕਿਨ ਸਾਡੀਆਂ ਹੀ ਕਮੀਆਂ ਹੁੰਦੀਆਂ ਵਾ ਜਿੱਥੋਂ ਸਾਡੀ ਆਸ਼ੀਸ਼ ਰੁਕ ਜਾਂਦੀ ਹੈ। ਹਾਲੇਲੂਇਆ। ਹਾਲੇਲੂਇਆ। ਸੋ ਜੋ ਕੁਝ ਤੁਸੀਂ ਚਾਹੁੰਦੇ ਹੋ, ਸੋ ਜੋ ਮਨੁੱਖ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਉਵੇਂ ਹੀ ਕਰੋ। ਹਾਲੇਲੂਇਆ। ਕਹਿੰਦੇ ਜੇ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਅਗਲਾ ਮਨੁੱਖ ਆ ਤੁਹਾਡੇ ਨਾਲ ਚੰਗਾ ਕਰੇ ਤੇ ਪਹਿਲਾਂ ਤੁਸੀਂ ਉਹਨਾਂ ਨਾਲ ਚੰਗਾ ਕੰਮ ਕਰਕੇ ਦਿਖਾਓ। ਜੇ ਕਿਸੇ ਨਾਲ ਚੰਗਾ ਕਰੋਗੇ ਤੇ ਫਿਰ ਹੀ ਤੁਸੀਂ ਚੰਗੇ ਦਾ ਫਲ ਪਾਓਗੇ। ਤੇ ਜੇ ਅਗਰ ਪਰਮੇਸ਼ਰ ਦੇ ਵਚਨ 'ਚ ਵੀ ਲਿਖਿਆ ਹੈ ਜਿੱਦਾਂ ਦਾ ਬੀਜੋਗੇ ਉਦਾਂ ਦਾ ਹੀ ਵੱਢੋਗੇ, ਤੇ ਜੇ ਅਸੀਂ ਚੰਗਾ ਬੀਜਾਂਗੇ ਤੇ ਆਪਾਂ ਚੰਗਾ ਹੀ ਵੱਢਾਂਗੇ, ਜੇ ਕਿਸੇ ਨਾਲ ਭਲਾਈ ਕਰਾਂਗੇ ਤੇ ਅੱਗੋਂ ਭਲਾਈ ਵੱਢਾਂਗੇ, ਤੇ ਜੇ ਅਗਰ ਧੋਖੇਬਾਜ਼ੀ ਕਰਨਗੇ ਤਾਂ ਕੀ ਵੱਢਣਗੇ? ਧੋਖੇਬਾਜ਼ੀ। ਫਿਰ ਆਪਾਂ ਕਿਸੇ ਵਕਤ ਕਹਿ ਦਿੰਦੇ ਕਈ ਲੋਕ ਕਿ ਨਹੀਂ ਮੈਂ ਤੇ ਕਿਸੇ ਨਾਲ ਕਦੀ ਮਾੜਾ ਨਹੀਂ ਕੀਤਾ, ਪਰ ਕਿਤੇ ਨਾ ਕਿਤੇ ਹੋ ਜਾਂਦਾ। ਚਾਹੇ ਅਸੀਂ ਮਾੜਾ ਜਿਹਾ ਦਿਮਾਗ 'ਚ ਸੋਚਦੇ ਵੀ ਆ ਨਾ, ਸਮਝ ਲਓ ਕਿ ਸਾਡੇ ਕੋਲ ਹੋ ਚੁੱਕਿਆ। ਜ਼ਰੂਰੀ ਕਰਨ ਦੇ ਨਾਲ ਨਹੀਂ, ਜਦੋਂ ਆਪਾਂ ਦਿਮਾਗ 'ਚ ਵੀ ਲਿਆਉਂਦੇ ਆ ਨਾ, ਦਿਲ 'ਚ ਵੀ ਲਿਆਉਂਦੇ ਆ ਮਾੜੀ ਜਿਹੀ ਵੀ ਚੀਜ਼, ਤਾਂ ਸਮਝ ਲਓ ਹੋ ਚੁੱਕਿਆ ਹੈ। ਹਾਲੇਲੂਇਆ। ਹਾਲੇਲੂਇਆ। ਕਿਉਂ ਜੋ ਤੁਰੇਤ ਅਤੇ ਨਬੀਆਂ ਦਾ ਇਹੋ ਮਤਲਬ ਹੈ, ਭੀੜੇ ਫਾਟਕ ਤੋਂ ਵੜੋ, ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁੱਲਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ, ਔਰ ਉਹ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ। ਹਾਲੇਲੂਇਆ। ਹਾਲੇਲੂਇਆ। ਸੱਚਾਈ ਦਾ ਰਾਹ ਕੀ ਆ? ਸੀੜਾ ਹੈ, ਤੇ ਜਿਹੜਾ ਸ਼ੈਤਾਨ ਵਾਲੇ ਜਾਂਦੇ ਉਹ ਰਾਹ ਖੁੱਲੇ। ਲੋਕੀ ਅੱਜ ਕੱਲ੍ਹ ਕੀ ਲੱਭਦੇ ਹਨ? ਖੁੱਲੇ ਰਾਹ। ਤੇ ਕੋਈ ਮੁਸੀਬਤ ਨਾ ਸਾਡੇ ਤੇ ਆਵੇ, ਕੋਈ ਵੀ ਕੁਛ ਨਾ ਹੋਵੇ, ਬਸ ਆਪਾਂ ਸਿੱਧੇ ਹੀ ਲੰਘਦੇ ਜਾਈਏ। ਪਰ ਪਰਮੇਸ਼ਰ ਦਾ ਸੱਚਾ ਰਾਹ ਜਿਹੜਾ ਸੱਚਾਈ ਦਾ ਰਾਹ ਆ ਨਾ, ਬਹੁਤ ਭੀੜਾ ਹੈ। ਪਰ ਜਿਹੜਾ ਜਦੋਂ ਅਸੀਂ ਇਹ ਰਾਹ ਲੰਘਦੇ ਨਾ, ਉਹ ਤੋਂ ਅੱਗੇ ਖੁੱਲਾ ਹੀ ਰਸਤਾ ਹੈ ਸਾਡੇ ਲਈ। ਹਾਲੇਲੂਇਆ। ਹਾਲੇਲੂਇਆ। ਆਪਾਂ ਸੇਵਕਾਈ ਕਰਦੇ ਆ, ਜਾਂ ਮੰਨ ਲਓ ਆਪਾਂ ਜਦੋਂ
ਮਸੀਹ 'ਚ ਆਉਂਦੇ ਆ, ਮਸੀਹ 'ਚ ਅਸੀਂ ਆਉਂਦੇ ਆ। ਮਸੀਹ ਦੇ ਵਿੱਚ ਆਪਾਂ ਜਦੋਂ ਨਵੇਂ ਨਵੇਂ ਚਰਚ ਜਾਈਦਾ ਵਾ ਤੇ ਆਪਾਂ ਨੂੰ ਚਲੋ ਮੁਸੀਬਤਾਂ ਵੀ ਬਹੁਤ ਆਉਂਦੀ, ਅਸੀਂ ਵੀ ਬਹੁਤ ਕੁਛ ਝੇਲਿਆ ਵਾ। ਫਿਰ ਜਾ ਕੇ ਪਰਮੇਸ਼ਰ ਦੀ ਰਜ਼ਾ 'ਚ ਅਸੀਂ ਇੱਥੇ ਖੜੇ ਹਾਂ। ਬਹੁਤ ਕੁਛ ਉਹ ਸਿਸਟਰ ਜਾਣਦੇ ਨੇ ਕਿ ਆਪਾਂ ਦਿਨ ਰਾਤ ਜਦੋਂ ਵੀ ਆਪਾਂ ਜਾਣਾ ਸੁਭ ਸਮਾਚਾਰ ਕਰਨ ਤੇ ਕੋਈ ਦਿਨ ਨਹੀਂ ਸੀ ਵੇਖਦੇ, ਕੋਈ ਰਾਤ ਨਹੀਂ ਸੀ ਦੇਖਦੇ, ਤੇ ਪਰਮੇਸ਼ਰ ਨੇ ਅੱਜ ਸਾਨੂੰ ਬਲੈਸ ਕੀਤਾ। ਪਹਿਲਾਂ ਪਰਮੇਸ਼ਰ ਸਾਡੇ ਕੋਲ ਕੀ ਮੰਗਦਾ? ਸਿਰਫ ਸਾਡਾ ਦਿਲ। ਧਨ ਨਹੀਂ ਮੰਗਦਾ, ਉਹ ਦੌਲਤ ਨਹੀਂ ਮੰਗਦਾ, ਉਹ ਕੋਈ ਵੀ ਵਸਤੂ ਨਹੀਂ ਮੰਗਦਾ ਤੁਹਾਡੇ ਕੋਲ। ਸਿਰਫ ਆਪਣਾ ਟੁੱਟਾ ਹੋਇਆ ਦਿਲ। ਕਹਿੰਦੇ ਮੈਨੂੰ ਦੇ ਦਿਓ, ਆਪਣਾ ਬੋਝ ਮੈਨੂੰ ਦੇ ਦਿਓ। ਨਹੀਂ ਤਾਂ ਕਿਸੇ ਦਾ ਬੋਝ ਕੋਈ ਨਹੀਂ ਚੁੱਕਦਾ। ਲੇਕਿਨ ਦੇਖੋ ਕਿੱਡਾ ਮਹਾਨ ਪਰਮੇਸ਼ਰ ਆ ਜਿਹੜਾ ਕਹਿੰਦਾ ਆਪਣਾ ਬੋਝ ਮੈਨੂੰ ਦੇ ਦਿਓ ਤੇ ਮੇਰਾ ਜੂਆ ਤੁਸੀਂ ਲੈ ਲਓ, ਕਿਉਂਕਿ ਮੇਰਾ ਜੂਆ ਹਲਕਾ ਹੈ। ਹਾਲੇਲੂਇਆ, 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 ਹਾਲੇਲੂਇਆ। ਦੇਖੋ ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਆਉਂਦੇ ਆ, ਜੋ ਪੂਰੀ ਜ਼ਿੰਦਗੀ ਤੁਸੀਂ ਜੀ ਕੇ ਦੇਖ ਲਓ, ਪਰਮੇਸ਼ਰ ਤੋਂ ਅਲੱਗ ਹੋ ਕੇ ਪੂਰੀ ਜ਼ਿੰਦਗੀ ਤੁਸੀਂ ਜਿੰਨ ਤੱਕ ਜੀਣੀ ਆ, ਤੁਸੀਂ ਦੇਖੋ ਕਿ ਉਹ ਦਿਨ ਤੇ ਅੱਜ ਦੇ ਦਿਨ 'ਚ ਤੁਹਾਨੂੰ ਕੀ ਫਰਕ ਨਜ਼ਰ ਆਉਂਦਾ। ਪਰਮੇਸ਼ਰ ਫਰਕ ਦਿਖਾਉਣ ਵਾਲਾ ਪਰਮੇਸ਼ਰ ਹੈ। ਉਹ ਜ਼ਿੰਦਗੀ ਜਿਹੜੀ ਸੀ ਨਾ ਸਾਡੀ, ਉਹ ਅੰਧੇਰੇ ਵਾਲੀ ਜ਼ਿੰਦਗੀ। ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਕੋ ਆਏ ਆ ਤੇ ਸਾਨੂੰ ਚਾਨਣ ਦੀ ਜ਼ਿੰਦਗੀ ਮਿਲੀ, ਕਿਉਂਕਿ ਉਹ ਜਗਤ ਦਾ ਚਾਨਣ ਹੈ। ਹਾਲੇਲੂਇਆ, 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 ਹਾਲੇਲੂਇਆ। ਦੇਖੋ ਪਰਮੇਸ਼ਰ ਕਿੰਨਾ ਕੁਛ ਸਾਨੂੰ ਦੇਣ ਨੂੰ ਤਿਆਰ ਹੈ, ਲੇਕਿਨ ਆਪਾਂ ਲੈਣ ਨੂੰ ਤਿਆਰ ਹਾਂ ਕਦੀ? ਜਦੋਂ ਅਸੀਂ ਪ੍ਰਾਰਥਨਾ 'ਚ ਬਹਿੰਦੇ ਆ, ਆਪਾਂ ਤੇ ਆਪਣੀਆਂ ਲਿਸਟਾਂ ਲੈ ਕੇ ਬਹਿ ਜਾਂਦੇ ਹਾਂ। ਪਰਮੇਸ਼ਰ ਮੈਨੂੰ ਆਹ ਚਾਹੀਦਾ ਹੈ, ਪਰਮੇਸ਼ਰ ਮੈਨੂੰ ਆਹ ਚਾਹੀਦਾ ਵਾ। ਲੇਕਿਨ ਕਦੀ ਪਰਮੇਸ਼ਰ ਨੂੰ ਪੁੱਛਿਆ ਕਿ ਪਰਮੇਸ਼ਰ ਤੁਸੀਂ ਕੀ ਮੇਰੀ ਜ਼ਿੰਦਗੀ 'ਚ ਚਾਹੁੰਦੇ ਹੋ? ਪੁੱਛਿਆ ਕਰੋ ਪਰਮੇਸ਼ਰ ਨੂੰ। ਪਰਮੇਸ਼ਰ ਕਹਿੰਦਾ ਜੇ ਤੂੰ ਮੇਰੇ ਧਰਮ ਰਾਜ ਦੀ ਖੋਜ ਕਰੇਗਾ ਤੇ ਤੇਰੇ ਮਗਰ ਪੈ ਕੇ ਸਭ ਵਸਤੂਆਂ ਤੈਨੂੰ ਮਿਲ ਜਾਣਗੀਆਂ। ਸਾਨੂੰ ਮੰਗਣ ਦੀ ਲੋੜ ਵੀ ਨਹੀਂ ਪੈਣੀ, ਬਿਨਾਂ ਮੰਗਣ ਤੋਂ ਹੀ ਪਰਮੇਸ਼ਰ ਨੇ ਸਾਨੂੰ ਬਲੈਸ ਕਰ ਦੇਣਾ। ਆਮੀਨ, ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਪਰਮੇਸ਼ਰ ਦੇ ਵਚਨ, ਸਭ ਤੋਂ ਜ਼ਿਆਦਾ ਵਚਨ ਪੜਿਆ ਕਰੋ ਕਿ ਵਚਨ ਜਦੋਂ ਤੁਹਾਡੇ ਅੰਦਰ ਹੋਊਗਾ ਨਾ ਤੇ ਕੋਈ ਵੀ ਤੁਹਾਨੂੰ ਸੁੱਟ ਨਹੀਂ ਸਕਦਾ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਜਦੋਂ ਅਸੀਂ ਕਿਤੇ ਵੀ ਜਾਂਦੇ ਆ, ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਅੰਤ ਦੇ ਸਮੇਂ ਦੇ ਵਿੱਚ ਝੂਠੇ ਨਬੀ ਵੀ ਉੱਠ ਖੜੇ ਹੋਣਗੇ। ਲੇਕਿਨ ਤੁਸੀਂ ਕਿੱਦਾਂ ਪਹਿਚਾਨੋਗੇ ਉਹਨਾਂ ਨੂੰ? ਉਹ ਇਹੋ ਜਿਹੇ ਚਮਤਕਾਰ ਕਰਨਗੇ ਕਿ ਅਸਮਾਨ ਦੇ ਵਿੱਚੋਂ ਬਿਜਲੀਆਂ ਵੀ ਥੱਲੇ ਉਤਾਰ ਦੇਣਗੇ, ਵੱਢ ਕੇ ਬੰਦੇ ਨੂੰ ਫਿਰ ਜੋੜ ਦੇਣਗੇ। ਇਹੋ ਜਿਹੇ ਚਮਤਕਾਰ ਹੁੰਦੇ ਆ। ਉਹਨਾਂ ਨੇ ਕਹਿਣਾ ਮੈਂ ਮਸੀਹ ਆ। ਹਾਲੇਲੂਇਆ। ਲੇਕਿਨ ਆਪਾਂ ਕਿੱਦਾਂ ਪਹਿਚਾਨਾਂਗੇ? ਕਿੱਦਾਂ ਪਹਿਚਾਨੋਗੇ ਤੁਸੀਂ? ਉਹਨਾਂ ਦੇ ਫਲਾਂ ਤੋਂ। ਉਹਨਾਂ ਦੇ ਫਲਾਂ ਤੋਂ। ਕਿ ਉਹਨਾਂ ਦੇ ਫਲ ਕਿੱਦਾਂ ਦੇ? ਮੰਨ ਲਓ ਕੋਈ ਵੇਦੀ ਤੇ ਖਲੋਤਾ ਵਾ, ਪਿਆਰ ਨਾਲ ਬੋਲਦਾ ਪਿਆ ਵਾ, ਤੇ ਜਦੋਂ ਵੇਦੀ ਤੋਂ ਥੱਲੇ ਉਤਰ ਆਉਂਦੇ ਤੇ ਉਹ ਗੁੱਸੇ 'ਚ ਐ ਮੁੱਕੀਆਂ ਲੈ ਕੇ ਪਏਗਾ, ਤੁਸੀਂ ਇਹਨੂੰ ਪਹਿਚਾਨੋਗੇ ਨਹੀਂ। ਕਈ ਜਗ੍ਹਾ ਤੇ ਇਸ ਤਰ੍ਹਾਂ ਹੀ ਹੁੰਦਾ। ਮੈਂ ਕਈ ਜਾਣਿਆਂ ਨੂੰ ਦੇਖਿਆ, ਬਹੁਤ ਜਾਣਿਆਂ ਨੂੰ। ਕੁਛ ਜਦੋਂ ਵਚਨ ਕਰਦੇ ਕੁਛ ਹੋਰ ਹੁੰਦੇ ਆ, ਜਦੋਂ ਥੱਲੇ ਉਤਰਦੇ ਆ ਤੇ ਉਹਨਾਂ ਦਾ ਮੂਡ ਵੇਖਿਆ ਕਰੋ ਉਹ ਡੁੱਡ ਪੈਂਦੇ ਆ। ਲੇਕਿਨ ਪਰਮੇਸ਼ਰ ਦਾ ਸੁਭਾਅ ਕਿੱਦਾਂ ਦਾ ਹੈ? ਬਹੁਤ ਜ਼ਿਆਦਾ ਨਰਮ। ਉਹ ਪਲਟ ਕੇ ਕਿਸੇ ਨੂੰ ਜਵਾਬ ਨਹੀਂ ਦਿੰਦੇ। ਜੇ ਉਹਨਾਂ ਨੂੰ ਕੋਈ ਕੁਛ ਕਹਿ ਵੀ ਜਾਂਦਾ ਸੀ, ਕਦੀ ਵੀ ਉਹ ਪਲਟ ਕੇ ਜਵਾਬ ਨਹੀਂ ਦਿੰਦੇ। ਏਦਾਂ ਪਰਮੇਸ਼ਰ ਹੋਏਗਾ ਸਾਡਾ ਸੁਭਾਅ ਹੋਣਾ ਚਾਹੀਦਾ। ਜੇ ਅਗਰ ਤੁਹਾਨੂੰ ਕੋਈ ਗੱਲ ਕਰ ਵੀ ਦਿੰਦਾ ਹੈ ਤਾਂ ਉਹਦੇ ਵਾਸਤੇ ਤੁਸੀਂ ਕੀ ਕਰੋ? ਪ੍ਰਾਰਥਨਾ ਕਰੋ ਕਿ ਪਰਮੇਸ਼ਰ ਇਹਨੂੰ ਵੀ ਆਪਣੇ ਵੱਲ ਖਿੱਚ, ਇਹਦੇ ਵੀ ਗੁਨਾਹ ਗਲਤੀਆਂ ਨੂੰ ਮਾਫ ਕਰ, ਇਹ ਵੀ ਤੈਨੂੰ ਜਾਣੇ। ਹਾਲੇਲੂਇਆ, ਹਾਲੇਲੂਇਆ। ਇਸੇ ਕਰਕੇ ਜਦੋਂ ਅਸੀਂ ਸੁਭ ਸਮਾਚਾਰ ਕਰਨ ਜਾਂਦੇ ਜਾਂ ਕਿਸੇ ਦੇ ਘਰ ਜਾਂਦੇ, ਉਹ ਦੂਰੋਂ ਹੀ ਪਹਿਚਾਣ ਜਾਂਦੇ ਵੀ ਇਹ ਮਸੀਹ ਲੋਕ ਨੇ। ਤਾਂ ਅਸੀਂ ਕਵਾਂਗੇ ਕਿ ਸਿਸਟਰ ਤੁਸੀਂ ਕਿੱਦਾਂ ਪਹਿਚਾਣਗੇ? ਕਹਿੰਦੇ ਪਰ ਤੁਹਾਡੀ ਬੋਲੀ ਤੋਂ, ਤੁਹਾਡੇ ਵਿਹਾਰ ਤੋਂ, ਕਿ ਕੋਈ ਵੀ ਨਹੀਂ ਹੋਏਗਾ ਇਹੋ ਜਿਹਾ ਹੁੰਦਾ ਕਿ ਜਿਹੜਾ ਆਪਣੀ ਸੀਟ ਛੱਡ ਕੇ ਤੇ ਦੂਜੇ ਨੂੰ ਬਿਠਾਵੇ, ਆਪ ਖੜਾ ਹੋ ਜੇ ਤੇ ਦੂਸਰੇ ਨੂੰ ਬਿਠਾ ਦੇ। ਕਹਿੰਦੇ ਕੋਈ ਐਸਾ ਨਹੀਂ ਹੁੰਦਾ। ਤੇ ਅਸੀਂ ਬੜੇ ਲੋਕਾਂ ਨੂੰ ਦੇਖਿਆ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਇਹੀ ਤਾਂ ਕੁਛ ਚਾਹੁੰਦਾ। ਅਧੀਨਤਾ ਹੋਣੀ ਚਾਹੀਦੀ ਸਾਡੇ ਅੰਦਰ, ਮੇਲ ਮਿਲਾਪ ਹੋਣਾ ਚਾਹੀਦਾ, ਪਿਆਰ ਹੋਣਾ ਚਾਹੀਦਾ। ਪਰਮੇਸ਼ਰ ਨੇ ਚਰਚ ਕਿਉਂ ਬਣਾਏ ਆ ਕਿ ਤੁਸੀਂ ਹਰ ਇੱਕ ਜਾਤੀ ਦਾ ਆਵੇ ਉੱਥੇ, ਹਰ ਇੱਕ ਜਨ ਆਏ। ਜਦੋਂ ਅਸੀਂ ਆਉਂਦੇ ਹਾਂ ਚਰਚ ਦੇ ਵਿੱਚ ਆਉਂਦੇ ਹਾਂ,
ਸਾਡਾ ਐਮ ਪਿਆਰ ਹੋ ਜਾਂਦਾ, ਆਪਣੇ ਭੈਣ ਭਰਾਵਾਂ ਨਾਲੋਂ ਵੀ ਜ਼ਿਆਦਾ ਪਿਆਰ ਹੋ ਜਾਂਦਾ। ਹਾਲੇਲੂਇਆ। ਹਾਲੇਲੂਇਆ। ਦੇਖੋ ਕਿੰਨਾ ਪਿਆਰ ਪਰਮੇਸ਼ਰ ਦੇਣ ਵਾਲਾ ਪਰਮੇਸ਼ਰ ਹੈ। ਇੱਕ ਦੂਜੇ ਦੀ ਸਹਾਇਤਾ ਕਰਿਆ ਕਰੋ। ਜੇ ਅਗਰ ਕਿਸੇ ਨੂੰ ਕਿਸੇ ਦੀ ਚੀਜ਼ ਦੀ ਲੋੜ ਆ, ਜ਼ਰੂਰੀ ਨਹੀਂ ਉਹ ਕੋਈ ਮੰਗੇ, ਤੁਸੀਂ ਦੇਖੋ ਕਿ ਉਹ ਚੀਜ਼ ਨੂੰ ਆ ਬੰਦੇ ਨੂੰ ਆ ਚੀਜ਼ ਦੀ ਲੋੜ ਹੈ, ਬਿਨਾਂ ਮੰਗਣ ਤੋਂ ਹੀ ਉਹਨੂੰ ਦਿਓ। ਉਹ ਵੀ ਜਾਣ ਕੇ ਸੱਚੀ ਇਹ ਪਰਮੇਸ਼ਰ ਦੇ ਬੱਚੇ ਆ। ਹਾਲੇਲੂਇਆ। ਹਾਲੇਲੂਇਆ। ਦੇਖੋ ਜਦੋਂ ਅਸੀਂ ਪਰਮੇਸ਼ਰ ਦੇ ਵਚਨਾਂ ਤੇ ਚੱਲਾਂਗੇ ਤੇ ਫੇਰ ਹੀ ਜਾ ਕੇ ਆਪਾਂ ਉਧਾਰ ਪਾਵਾਂਗੇ।